बोले सोनिहाल। कैप्टन हरमिंदर सिंह, कैप्टन हरमिंदर सिंह, श्रोमणी अकाली दल, श्रोमणी अकाली दल। कैप्टन हरमिंदर सिंह, कैप्टन हरमिंदर सिंह, कैप्टन हरमिंदर सिंह, कैप्टन हरमिंदर सिंह। लीडर हमको बहुत चैंपियन जनरल गुरदेव सिंह जी, डिप्टी साहब MC साहब सतनाम सिंह जी, कैप्टन साहब ਨੂੰ ਹੁੰਦੀ ਆਇਆ ਕਹਿ ਰਹੇ ਹਨ। तो मैं श्रोमणी अकाली दल, श्रोमणी अकाली दल कैप्टन हरमिंदर सिंह जी, बहुजन समाज पार्टी, बहुजन समाज पार्टी तो साडे BSP ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਜੀ, ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਆਪਣੇ ਵਾਰਡ 11 ਤੇ 2 ਦੇ ਵਿੱਚ ਪਹੁੰਚਣ ਤੇ। तो बहुत बहुत दिया जी समूह वार्ड जथेदार सुरजीत सिंह जी, एक्स चेयरमैन साहब वो भी नाल आप पहुंचे हैं, बहुत बहुत धन्यवाद जी। अपना शंदिया जी तहसील साहब, अच्छा ढिल्लों साहब बाहर अंदर थोड़ा भाओ जी जो साडे हल्के दे हरमन प्यारे नेता सरदार कैप्टन हरमिंदर सिंह जी, मंच ते विराजमान समूची अकाली दल की लीडरशिप, वार्ड नंबर 11 तो पहुंची हुई रब रूप साध संगत जी, वाहेगुरु जी का खालसा, श्री वाहेगुरु जी की फतेह। दोस्तों भैनों ते भराओ, आपां सारिआं नूं पता वा भी MLA साहब ने मेरे इस वीर नूं किदां हराया। उन्होंने ਹੁਣ ਤੇ ਆਪਣੇ ਮੂੰਹੋਂ ਕਹਿਣ ਲੱਗ ਪਏ ਆ ਵੀ ਇਹ ਸਾਰੇ ਹਰੇ ਹੋਏ ਸੀ, ਇਹਨਾਂ ਨੂੰ ਮੈਂ ਜਿਤਾਇਆ। ਅੱਜ ਜਿਹੜੀ ਉਹਨਾਂ ਦੀ ਮੈਂ ਸੀ, ਮੈਂ ਜਿਤਾਇਆ, ਉਹ ਜਿੰਨੇ ਬੰਦੇ ਜਿੱਤੇ ਹੋਏ ਸੀ ਸਾਰੇ ਹੀ ਧੋਖਾ ਦੇ ਕੇ दूसरी पार्टी च शामिल हो गए। सो विकी चौहान तुहाडा एक सच्चा सुच्चा सिपाही आ और नेक दिल बंदा वा, ते मैं आप जी दे नाल ते विकी चौहान नाल वादा करदा आउंदी इलैक्शन दे विच मैं विकी भरा दे नाल तन मन धन दे नाल खड़ा होऊंगा और शान नाल इस वार चों तुसीं जिताउणा, असीं विकी चौहान दे नाल आ। सो मैं हाथ जोड़ के आप सब नूं बेनती करदा भी सारे जाने रल के आप इस बार कैप्टन साहब नूं जिताइए, वड्डी लीड नाल जिताइए। वाहेगुरु जी का खालसा, श्री वाहेगुरु जी की फतेह। साढ़े 11 नंबर 2 नंबर वार्ड दे सब चंगे लोग, ਧੀਆਂ ਭੈਣਾਂ, ਨਿੱਕੇ ਨਿੱਕੇ ਬੱਚੇ, ਬੱਚਾ ਪਾਰਟੀ, सब लोगों का इत्थे आउण ते जी आया। धन्नवाद जी सब नूं। श्री वाहेगुरु जी का खालसा, श्री वाहेगुरु जी की फतेह। मैं बहुती लंबी चौड़ी गल नहीं करनी चाहता। मैं तो ये चाहना है कि जो कांग्रेस सरकार है ना जी, सरकार ही हले हैगी है, बस दिन थोड़े ही है, 10 मार्च तक, उस तो बाद कुछ नहीं है। ये लोग रौला बहुत पाते हैं, कीता किसी ने कुछ नहीं, कोई गुटखा की सौ खा गया, कोई उदा फूके ऐलान कर गया। ये कांग्रेस का आ काम है। साडे सब दे अजमाए हुए साडे इलाके दे महान पवित्र आत्मा, मैं तो कहांगा सरदार कैप्टन सरदार हरमिंदर सिंह जी, साडा ये वडभाग है कि इहो जिहे लोग श्रोमणी अकाली दल ते बसपा दे साਂਝੇ उम्मीदवार बन के साडे सामने आए हैं। ਅਸੀਂ ਇਹਨਾਂ ਤੇ ਯਕੀਨ ਕਰ ਸਕਦੇ ਹਾਂ, ਕਾਰਨ ਇਹਨਾਂ ਜੋ ਗੱਲ ਕਹਿਣੀ ਹੈ ਉਹ ਪੂਰੀ ਕਰ ਦੇਣੀ ਹੈ।
ਸ਼੍ਰੋਮਣੀ ਅਕਾਲੀ ਦਲ ਜੋ ਗੱਲ ਕਹਿੰਦਾ ਹੈ, ਉਹ ਪੂਰੀ ਕਰਦਾ ਹੈ ਜੀ। ਕੋਈ ਲਾਰਾ ਨਹੀਂ, ਕੋਈ ਝੂਠੀ ਸਹੁੰ ਨਹੀਂ, ਕੋਈ ਕੁਝ ਨਹੀਂ। ਸਭ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਉਹ ਪੂਰੀ ਕਰਨੀ ਹੈ। ਤੇ ਸਾਡੇ ਇਲਾਕੇ ਦੇ ਜਿਹੜੇ ਆਪਾਂ ਸਭ ਨੂੰ ਪਤਾ, ਪਹਿਲੇ MLA, ਹੁਣ ਪਹਿਲੇ ਕਹਾਂ ਕਿ ਹੁਣ ਗਾਂ ਤਾਂ ਬਣਨਾ ਨਹੀਂ ਉਹਨਾਂ ਨੇ, ਹਾਂਜੀ ਇਹ ਪਹਿਲੇ MLA ਮੈਂ ਕਹੂੰਗਾ ਕਿ ਉਹਨਾਂ ਨੇ ਜੋ ਕੁਝ ਕੀਤਾ, ਉਹਨਾਂ ਦੇ ਆਂਢ ਗੁਆਂਢ ਵਾਲੇ ਜਿਹੜੇ ਉਹਨਾਂ ਦੇ ਨਜ਼ਦੀਕੀ ਜਿਹੜੇ ਸੀਗੇ ਨਾ, ਮਾੜੇ ਕੰਮਾਂ ਦੇ ਭਾਈਵਾਲ ਸਾਰੇ ਫਸੀ ਜਾਂਦੇ ਆ। ਅਖਬਾਰਾਂ 'ਚ ਆ ਰਿਹਾ ਅੱਜ, ਹਾਂਜੀ ਉਹ ਰੋਜ਼ ਫਸੀ ਜਾਂਦਾ ਤੇ ਨੰਬਰ ਇਹਦਾ ਵੀ ਲੱਗਾ ਹੀ ਹੋਇਆ। ਕੋਈ ਏਡੀ ਗੱਲ ਨਹੀਂ ਹੈਗੀ, ਇਹ ਅੱਜ ਨਹੀਂ ਕੱਲ ਤੁਸੀਂ ਖਿੱਚ ਕੇ ਰੱਖ ਦਿਓਗੇ। ਜਦ ਮੈਂ ਸਾਫ ਆ ਤਾਂ ਪੁਲਿਸ ਕਿੱਦਾਂ ਪੈਸੇ ਲੈ ਜੂਗੀ? ਜੇ ਮੈਂ ਬੇਈਮਾਨ ਆ ਤਾਂ ਪੁਲਿਸ ਪੈਸੇ ਲਊਗੀ। ਬੋਲੇ ਸੋਨਿਹਾਲ। ਸਿਰਫ ਉਹਨਾਂ ਨੂੰ ਇੱਕ ਨਾ ਸਿੱਧੇ ਰਸਤੇ ਤੇ ਲਿਆਉਣ ਦੀ ਲੋੜ ਆ। ਜੇ ਮੇਰੀ ਇੱਛਾ ਹੈ ਨਾ ਕਿ ਮੈਂ ਹਾਂ ਇਹਨਾਂ ਨੂੰ ਰੋਕਣਾ, ਤਾਂ ਮੇਰੇ ਕੋਲ ਪਾਵਰ ਤੁਸੀਂ ਦੇ ਦੇਣੀ ਮੈਨੂੰ। ਪਾਵਰ ਤੁਹਾਡੀ ਵੋਟ ਨਾਲ ਮਿਲਣੀ ਹੈ ਮੈਨੂੰ। ਤੁਹਾਡੀ ਪਾਵਰ ਜਦੋਂ ਮੈਨੂੰ ਮਿਲ ਗਈ, ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣ ਗਈ, ਤੇ ਵੀਰੋ ਮੈਂ ਤੈਨੂੰ ਲਿਖ ਕੇ ਦੇ ਦੇਣਾ ਕਿ ਤੈਨੂੰ 1 ਮਹੀਨੇ ਦੇ ਵਿੱਚ ਪੁਲਿਸ ਜਿਹੜੇ ਆਟਰਾਂ ਪਟਨ ਝੂਠੇ ਪਰਚੇ ਆ, ਕਰਪਸ਼ਨ ਆ, ਰਿਸ਼ਵਤ ਆ, ਸਭ ਬੰਦ ਕਰਕੇ ਰੱਖ ਦਾਂਗੇ। ਜਦੋਂ ਇਹ ਕੰਮ ਹੋ ਗਿਆ ਤਾਂ ਆਪੇ ਤੁਸੀਂ ਸੁੱਖ ਤੇ ਸਕੂਨ ਦੀ ਜ਼ਿੰਦਗੀ ਜੀਣ ਲੱਗ ਪਏ। ਹੈ ਕੀ ਆ? ਮੈਂ ਕੋਈ ਰਮਾਇਣ ਨਹੀਂ ਪੜ੍ਹੀ, ਮੈਂ ਸਿਰਫ ਤੁਹਾਡੇ ਨਾਲ ਗੱਲਾਂ ਹੀ ਕੀਤੀਆਂ ਜੋ ਮੇਰੇ ਮਨ ਦੀ ਇੱਛਾ ਕਰਨ ਦੀ ਔਰ ਕਰਨੀ ਆ। ਮੈਂ ਤੁਹਾਨੂੰ ਮੈਂ ਯਕੀਨ ਦਿਵਾਉਣਾ, ਬਾਬਾ ਨਾਨਕ ਜਿਹਨੇ ਮੈਨੂੰ ਉੱਥੇ ਭੇਜਿਆ ਤੁਹਾਡੀ ਸੇਵਾ ਕਰਨ ਵਾਸਤੇ, ਔਰ ਮੇਰੇ ਕੋਲ ਉਹ ਕਰਾਊਗਾ। ਮੈਂ ਕਰੂੰਗਾ, ਤੁਹਾਡਾ ਸੇਵਾਦਾਰ ਬਣ ਕੇ ਕਰੂੰਗਾ। ਮੇਰੀ ਇਹੋ ਇੱਛਾ। ਹੋਰ ਮੈਂ ਇਸ ਤੋਂ ਵੱਧ ਨਾ, ਮੈਨੂੰ ਪਰਮਾਤਮਾ ਦੀ ਕਿਰਪਾ ਕਿ ਮੈਂ ਹੁਣ ਰਿਟਾਇਰਮੈਂਟ ਲੈ ਲਈ ਆ। ਜਦ ਰਿਟਾਇਰਮੈਂਟ ਲੈ ਕੇ ਮੈਂ ਸੋਚਿਆ ਵੀ ਨਹੀਂ, ਹੁਣ ਆਪਾਂ ਅਗਲਾ ਟਾਈਮ ਗੁਰੂ ਦੇ ਨਾਲ ਲਾਉਣਾ, ਇਸ ਨਗਰ ਵਾਸਤੇ ਲਾਉਣਾ। ਆਓ ਵੀਰੋ ਮੇਰਾ ਸਾਥ ਦਿਓ, ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ, ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਤੁਹਾਨੂੰ ਇੱਕ ਸੁੰਦਰ ਤੇ ਸਕੂਨ ਸ਼ਹਿਰ ਵਿੱਚ ਵਸਾਈਏ। ਬਸ ਆ ਮੇਰੀ ਇੱਛਾ, ਆ ਮੇਰੀ ਇੱਛਾ। ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਭੈਣੋ, ਮੇਰੇ ਵੀਰੋ। ਮੈਂ ਇੱਕ ਮਿੰਟ, ਮੇਰੇ ਭੈਣੋ, ਮੇਰੇ ਵੀਰੋ, ਇਹ ਨਾ ਸੋਚਿਓ ਵੀ ਏਦਾਂ ਦੇ ਲੀਡਰ ਆਉਂਦੇ ਆ ਕਹਿ ਕੇ ਚਲੇ ਜਾਂਦੇ ਆ। ਮੈਂ ਜੋ ਕਿਹਾ ਉਹ ਕਰੂੰਗਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਵੀ ਉਹ ਕਹਿੰਦਾ ਮੈਂ ਜੋ ਕਰੂੰਗਾ, ਉਹ ਜੋ ਕਿਹਾ ਉਹ ਕਰਾਂਗੇ ਅਸੀਂ। ਮੈਂ ਉੱਤੇ ਮੋਹਰ ਲਵਾਉਣ ਲੱਗਾ। ਮੇਰੇ ਕੋਲ ਤੁਸੀਂ ਕੱਲ ਨੂੰ ਐਫੀਡੇਵਿਟ ਲੈ ਲਿਓ। ਜੇ ਮੈਂ ਕਦੀ ਤੁਹਾਡੇ ਇਸ ਕੰਮ ਤੋਂ, ਇਸ ਵਾਅਦੇ ਤੋਂ ਰਹਿ ਜਾਵਾਂ ਤੇ 5 ਸਾਲਾਂ ਬਾਅਦ ਦੁਬਾਰਾ ਮੈਨੂੰ ਵੋਟ ਨਾ ਪਾਇਓ। ਲੋਕੀ ਵੋਟਾਂ ਮੰਗਦੇ ਆ, ਮੈਂ ਤੁਹਾਨੂੰ ਗਰੰਟੀ ਦੇਣ ਡਿਆ, ਮੈਂ ਤੁਹਾਨੂੰ ਗਰੰਟੀ ਦੇਣ ਡਿਆ ਕਿ ਮੈਂ ਤੁਹਾਡੀ ਸੇਵਾ ਕਰਨੀ ਆ। ਬੋਲੇ ਸੋਨਿਹਾਲ। ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਭੈਣੋ ਵੀਰੋ। ਆਓ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਤਾਂ ਕਿ ਅਸੀਂ ਆਪਣਾ ਇਸ ਸ਼ਹਿਰ ਸੁੰਦਰ ਤੇ ਸਕੂਨ ਵਾਲਾ ਬਣਾਈਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਪਟਨ ਸਾਹਿਬ ਇੱਕ ਗੱਲ ਜੀ ਦੇ ਲਓ, ਚਲੋ ਵਾਰਡ ਨੰਬਰ 11 ਦੇ ਮੇਰੇ ਭਰਾ, ਸਾਡੀਆਂ ਭੈਣਾਂ, ਸਾਡੇ ਬੱਚੇ ਅਤੇ ਸਾਰੇ ਹੀ MC ਸਾਹਿਬਾਨ, ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਮਲ ਸਿੰਘ ਜੀ, ਜਿਨ੍ਹਾਂ ਤੋਂ ਕੋਲੋਂ ਮੈਨੂੰ ਇੱਕ ਵੱਡੇ ਭਰਾ ਵਾਲਾ ਵੀ ਔਰ ਇੱਕ ਪਿਤਾ ਵਾਲਾ ਵੀ ਪਿਆਰ ਮਿਲਦਾ ਹੈ। ਅੱਜ ਨਹੀਂ, ਇਹ ਸਾਡੇ ਬਜ਼ੁਰਗਾਂ ਤੋਂ ਚੱਲਿਆ ਆ ਰਿਹਾ ਇਹ ਰਿਸ਼ਤਾ ਸਾਡਾ। ਮੈਂ ਬੜਾ ਧੰਨਵਾਦ ਹਾਂ ਸਰਦਾਰ ਜਮਲ ਸਿੰਘ ਜੀ। ਵੀਰੋ, ਅੱਜ ਇਸ ਵਾਰਡ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਬੜਾ ਧੰਨਵਾਦੀ ਹਾਂ ਵਿੱਕੀ ਚੌਹਾਨ ਦਾ, ਪ੍ਰਵੀਨ ਚੌਹਾਨ, ਦੋਨੋਂ ਨਾਲ ਦਾ, ਕਿਉਂਕਿ ਇਹਨਾਂ ਨੇ ਇੰਨਾ ਵਿਸ਼ਾਲ ਇਕੱਠ ਕਰਕੇ ਸਾਨੂੰ ਬਹੁਤ ਮਾਣ ਦਿੱਤਾ ਹੈ, ਸਤਿਕਾਰ ਦਿੱਤਾ ਹੈ। ਔਰ ਮੈਂ ਇਹ ਅੱਜ ਨਹੀਂ ਪਹਿਲਾਂ ਵੀ ਦੇਖਿਆ ਹੈ ਕਿ ਜਦੋਂ ਵੀ ਇਹ ਕੋਈ ਪ੍ਰੋਗਰਾਮ ਕਰਾਉਂਦੇ ਨੇ ਬੜੇ ਦਿਲੋਂ ਤੇ ਰੂਹ ਦੇ ਨਾਲ ਕਰਾਉਂਦੇ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵਿੱਕੀ ਸਾਹਿਬ ਜੀ। ਵੀਰੋ, ਮੈਂ ਤੁਹਾਡੇ ਨਾਲ 2-4 ਗੱਲਾਂ ਕਰਨੀਆਂ ਚਾਹੁੰਦਾ, ਕਿਉਂਕਿ
ਜੇ ਆਪਾਂ ਉਹਨਾਂ ਗੱਲਾਂ 'ਚ ਪੈ ਜਾਈਏ, ਉਸ MLA ਨੇ ਆਹ ਕੀਤਾ, ਉਹਨੇ ਆਹ ਕੀਤਾ, ਉਹ ਹੁਣ ਲੰਬੀਆਂ ਪੁਰਾਣੀਆਂ ਕਹਾਣੀਆਂ ਹੋ ਗਈਆਂ, ਆਪਾਂ ਕਾਫੀ ਸੁਣ ਚੁੱਕੇ ਹਾਂ। ਹੁਣ ਹਰ ਬੱਚਾ ਇਹ ਕਹਾਣੀ ਜਾਣਦਾ ਹੈ, ਸਮਝਦਾ ਹੈ। ਆਪਾਂ ਇਸ ਤੋਂ ਅੱਗੇ ਦੇ ਫਿਊਚਰ ਦੇ ਬਾਰੇ ਸੋਚਣਾ ਹੁਣ ਕਿ ਆਉਣ ਵਾਲਾ ਸਾਡਾ ਇਹ ਜਿਹੜਾ ਟਾਈਮ ਆ, ਸਾਡਾ ਆਉਣ ਵਾਲਾ ਉਹ ਕਿਸ ਤਰ੍ਹਾਂ ਦਾ ਹੋਏਗਾ ਤੇ ਕਿੱਦਾਂ ਅਸੀਂ ਉਹਨੂੰ ਇੰਪਰੂਵ ਕਰ ਸਕਦੇ ਹਾਂ। ਆਪਾਂ ਪਿਛਲੇ ਜਿਹੜੇ 5 ਸਾਲ ਸੀ ਉਹ ਤੋਂ ਬਹੁਤ ਕੁਝ ਦੇਖਿਆ ਸੁੱਖਿਆ, ਲੇਕਿਨ ਇਹ ਹੈ ਕਿ ਹੁਣ ਆਪਾਂ ਅੱਗੇ ਉਹਨੂੰ ਕਿੱਦਾਂ ਇੰਪਰੂਵ ਕਰਨਾ, ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦਾ। ਮੈਂ ਪਹਿਲਾਂ ਵੀ ਕਿਹਾ ਸੀ, ਹੁਣੇ ਵੀ ਕਹਿਣਾ ਵਾ ਕਿ ਦੇਖੋ 73 ਸਾਲ ਹੋ ਗਏ ਆ ਇਸ ਦੇਸ਼ ਨੂੰ ਆਜ਼ਾਦ ਹੋਏ, 73 ਇਅਰਸ, ਤੇ ਗੱਲ ਉਹੀ ਆ ਕਿ ਹਾਲੇ ਵੀ ਸਾਡੀ ਇਹ ਜਿਹੜੀ ਸੁਸਾਇਟੀ ਆ ਇਹ ਗਲੀਆਂ ਨਾਲੀਆਂ ਵਿੱਚਾਂ ਹੀ ਫਸੀ ਹੋਈ ਹੈ। ਇਹ ਗਲੀਆਂ ਨਾਲੀਆਂ ਤੋਂ ਉੱਪਰ ਉੱਠ ਹੀ ਨਹੀਂ ਸਕੇ। ਉਹਦਾ ਰੀਜ਼ਨ ਆ ਕਿਉਂ ਨਹੀਂ ਉੱਠ ਸਕੇ, ਕਿਉਂਕਿ ਉਹਨਾਂ ਨੂੰ ਉਠਾਉਣ ਵਾਲੇ ਜਿਹੜੇ ਸੀ ਉਹ ਖੁਦ ਇਦਾਂ ਦੇ ਸੀ, ਉਹਨਾਂ ਦੀ ਖਿਆਲਾਤ ਇਦਾਂ ਦੇ ਸੀ, ਉਹਨਾਂ ਦੀ ਸੋਚ ਇਦਾਂ ਦੀ ਸੀ, ਉਹਨਾਂ ਨੇ ਕਦੀ ਇਸ ਤੋਂ ਉੱਪਰ ਸੋਚਿਆ ਹੀ ਨਹੀਂ। ਉਹ ਆਪਣਾ ਮੈਂ ਇਸ ਜਿਹੜੀ ਆਪਣੀ ਨਗਰ ਕੌਂਸਲ ਆ, ਕਿਉਂਕਿ ਇਹ ਜ਼ਿਆਦਾ ਜਿਹੜਾ ਆਪਣਾ ਕੰਸਰਨ ਹੈਗਾ ਉਹ ਜ਼ਿਆਦਾ ਨਗਰ ਕੌਂਸਲ ਦਾ, ਮੈਂ ਉਹਦੇ ਬਾਰੇ ਗੱਲ ਕਰ ਲਿਆ ਕਿ ਉਹਨਾਂ ਦੀ ਸੋਚ ਇਸ ਪਾਸੇ ਗਈ ਨਹੀਂ। ਉਹਨਾਂ ਨੇ ਦੇਖਿਆ ਕਿ ਕਿੰਨੇ ਕੁ ਫੰਡਸ ਆਏ ਆ, ਕਿੰਨੇ ਕਿੱਥੇ ਲੱਗੇ। ਚਲੋ ਨੌਜਵਾਨ ਸਾਥੀ ਬੀਬੀਆਂ ਤੇ ਭੈਣਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਈਆਂ। ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਜਮਲ ਸਿੰਘ ਜੀ ਔਰ ਸਮੁੱਚੀ ਟੀਮ, ਮੈਂ ਜ਼ਿਆਦਾ ਚਲੋ ਵਰਕਰ ਸਾਹਿਬਾਨ ਦਾ ਨਾਮ ਲੈਣ ਦੀ ਬਜਾਏ ਮੈਂ ਆਪਣੀ ਗੱਲ ਤੇ ਆਉਣਾ, ਕਿਉਂਕਿ ਇੱਥੇ ਇੱਕ ਆਪਣੇ ਭਾਈ ਸਾਹਿਬ ਉਹਨਾਂ ਨੇ ਗੱਲ ਕੀਤੀ ਸੀ ਰੁਜ਼ਗਾਰ ਦੀ ਤੇ ਪੜ੍ਹਾਈ ਦੀ। ਕਿਉਂਕਿ ਇੱਕ ਸ਼ਹਿਰੀ ਨੂੰ, ਇੱਕ ਜਿਹੜਾ ਪਰਿਵਾਰ ਵਿੱਚ ਕੋਈ ਵੀ ਵਿਅਕਤੀ ਰਹਿ ਰਿਹਾ, ਉਹਨੂੰ 4 ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਜਿਹਦੇ ਕੋਲ ਹੀ 4 ਚੀਜ਼ਾਂ ਹੈਗੀਆਂ, ਉਹ ਇੱਕ ਕਿਸਮ ਦਾ ਉਹਦੇ ਵਾਸਤੇ ਸਵਰਗ ਇੱਥੇ ਹੈ। ਉਹਦੇ ਵਾਸਤੇ ਸਿਹਤ, ਸਿੱਖਿਆ, ਸੁਰੱਖਿਆ ਤੇ ਰੁਜ਼ਗਾਰ। ਜੋ ਇਹਨਾਂ ਨੇ ਗੱਲ ਕਹੀ ਕਿ ਕੈਪਟਨ ਸਾਹਿਬ ਤੇ ਵਿਸ਼ਵਾਸ ਦੇ ਕੇ ਜਾਣ ਕਿ ਇਲਾਕੇ ਦੇ ਲੋਕਾਂ ਵਾਸਤੇ ਤੁਸੀਂ ਕੀ ਕਰੋਗੇ। ਮੈਂ ਦੱਸਣਾ ਚਾਹੁੰਦਾ ਕਿ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਾਹਿਬ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਜੀ ਦੋਨੋਂ ਆਗੂ ਬਹੁਤ ਜ਼ਿਆਦਾ ਪੜ੍ਹੇ ਲਿਖੇ ਆ, ਬਹੁਤ ਜ਼ਿਆਦਾ ਸੂਝਵਾਨ, ਪਰ ਉਹਨਾਂ ਦਾ ਜਦੋਂ ਕਿਤੇ ਆਪਾਂ ਭਾਸ਼ਣ ਸੁਣਦੇ ਆ ਤੇ ਆਦਮੀ ਦੇਖਦਾ ਹੀ ਰਹਿ ਜਾਂਦਾ ਕਿ ਇੰਨੇ ਵਧੀਆ ਸੂਝਵਾਨ ਵਾਲੇ ਸਾਥੀ ਆ। ਔਰ ਉਹਨਾਂ ਨੇ ਰਲ ਕੇ 13 ਨਿਕਾਤੀ ਪ੍ਰੋਗਰਾਮ ਬਣਾਇਆ। ਉਹਦੇ ਵਿੱਚ ਜਿਸ ਤਰੀਕੇ ਨਾਲ ਆਪਾਂ ਸਿਹਤ ਦੀ ਗੱਲ ਕਰ ਲਈਏ, ਜਿਹੜਾ ਜਦੋਂ ਸਰਕਾਰ ਆਪਾਂ ਬਣਾ ਲੈਣੀ ਹੈ, ਕੈਪਟਨ ਸਰਦਾਰ ਹਰਮਿੰਦਰ ਸਿੰਘ ਜੀ ਨੂੰ ਆਪਾਂ ਇੱਥੋਂ ਜਿਤਾ ਲੈਣਾ। ਪਰ ਮੈਂ ਤੁਹਾਨੂੰ ਕੈਪਟਨ ਸਾਹਿਬ ਵਿਸ਼ਵਾਸ ਦਿਖਾਉਣਾ ਕਿ ਮੇਰਾ ਖਿਆਲ ਆ ਕਿ ਸ਼ਾਇਦ ਹੋ ਸਕਦਾ ਮੈਂ ਗਲਤ ਵੀ ਬੋਲ ਜਾਵਾਂ, ਬਹੁਤੀਆਂ ਵਾਰ ਅਸੀਂ ਪਿੰਡਾਂ ਦੇ ਵਿੱਚੋਂ ਜਿੱਤਦੇ ਆਉਂਦੇ ਆ ਤੇ ਜਦੋਂ ਅਸੀਂ ਸ਼ਹਿਰ ਵਿੱਚ ਆਉਂਦੇ ਆ, ਇੱਥੇ ਆ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡ ਘਟ ਜਾਂਦੀ ਹੈ। ਪਰ ਐਤਕੀ ਮੈਨੂੰ ਪਹਿਲੀ ਵਾਰ ਲੱਗਦਾ ਕਿ ਪਿੰਡਾਂ ਦੇ ਵਿੱਚ ਅਸੀਂ ਜਿੱਤਣਾ ਤੇ ਪਹਿਲੀ ਵਾਰ ਹੋਏਗਾ ਕਿ ਸਾਰੇ 13 ਦੇ 13 ਵਾਰਡਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਕੈਪਟਨ ਸਰਦਾਰ ਹਰਮਿੰਦਰ ਸਿੰਘ ਜੀ ਜਿੱਤ ਹਾਸਲ ਕਰਨਗੇ। ਬੋਲੇ ਸੋਨਿਹਾਲ। ਮੈਂ ਜਿਹੜੀ ਸਿਹਤ ਦੀ ਗੱਲ ਕਰਨ ਲੱਗਾ, ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ 13 ਨਿਕਾਤੀ ਪ੍ਰੋਗਰਾਮ ਆ, ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਹਲਕਾ ਸੁਲਤਾਨਪੁਰ ਤੋਂ ਕੈਪਟਨ ਹਰਮਿੰਦਰ ਸਿੰਘ ਜੀ, ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਲੀਡਰ ਦੌਲਾ ਜੀ ਅਤੇ ਮੰਚ ਤੇ ਵਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਹਿਬਾਨ, ਪੰਡਾਲ ਦੇ ਵਿੱਚ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬਹੁਜਨ ਸਮਾਜ ਪਾਰਟੀ ਵਰਕਰ ਸਾਹਿਬਾਨ ਬੈਠੇ ਨੇ, ਸ਼ਹਿਰ ਦੇ ਮੁਖੀ ਸੱਜਣ ਬੈਠੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਲੈਕਸ਼ਨ ਦਾ ਮਾਹੌਲ ਹੈ। ਮੈਂ ਕਿਉਂਕਿ ਸਮਾਂ ਸੀਮਤ ਹੈ, ਥੋੜੇ ਸਮੇਂ ਦੇ ਵਿੱਚ 2-4 ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। 4 ਉਮੀਦਵਾਰ ਮੁੱਖ ਤੌਰ ਤੇ ਮੈਦਾਨ ਵਿੱਚ ਨੇ।
ਉਦਾਂ ਤਾਂ 10 ਬੰਦੇ ਖੜੇ ਆ, ਬਾਕੀ ਉਹ ਕਿਸੇ ਗਿਣਤੀ ਜੀ, ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਉਹ ਆਪਣਾ ਸ਼ੌਂਕ ਪੂਰਾ ਕਰਨ ਲਈ ਖੜੇ ਬਾਕੀ। ਇੱਕ ਸਾਡੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਕੈਪਟਨ ਹਰਮਿੰਦਰ ਸਿੰਘ ਜੀ, ਇੱਕ ਕਾਂਗਰਸ ਪਾਰਟੀ ਦੇ ਨਵਤੇਜ ਸਿੰਘ ਚੀਮਾ ਜੀ, ਇੱਕ ਕਾਂਗਰਸ ਪਾਰਟੀ ਦੇ ਬਾਗੀ ਜੋ ਆਜ਼ਾਦ ਲਾਟਾ ਰਾਣਾ ਜੀ, ਤੇ ਇੱਕ ਆਮ ਆਦਮੀ ਪਾਰਟੀ ਸੱਜਣ ਸਿੰਘ ਚੀਮਾ ਜੀ। ਤੁਸੀਂ ਹੁਣ ਇਹ ਦੇਖਣਾ, ਫੈਸਲਾ ਕਰਨਾ ਹੈ ਕਿ ਤੁਹਾਡੇ ਵੋਟ ਦਾ ਸਹੀ ਹੱਕਦਾਰ ਕੌਣ ਹੈ। ਪਹਿਲੀ ਤਾਂ ਗੱਲ ਇਹ ਆ, ਕਾਂਗਰਸੀ ਤਾਂ ਆਪਣੇ ਆਪ ਹੀ ਗੁੱਥੇ ਮੁਕਤਾ ਹੋ ਰਹੇ ਆ। ਉਹ ਕਹਿੰਦਾ ਉਹਨੂੰ ਮੈਂ ਪਿੰਡੋਂ ਕੱਢ ਦੇਣਾ, ਉਹ ਕਹਿੰਦਾ ਉਹਨੂੰ ਮੈਂ ਪੰਜਾਬ ਚੋਂ ਕੱਢ ਦੇਣਾ। ਤੁਸੀਂ ਰੋਜ਼ ਅਖਬਾਰਾਂ ਪੜ੍ਹਿਆ, ਇਹਨਾਂ ਦੀ ਆਪਣੀ YouTube ਤੇ ਸਾਰਿਆਂ ਦੇ ਬਿਆਨ ਸੁਣੇ ਆ। ਚਲੋ ਗੱਲ ਇਹ ਆ, ਇਹ ਹਟ ਜਾਣ ਦੋਵੇਂ ਘਰ ਪੈ ਜਾਣ ਠੰਡੇ ਹੋ ਕੇ, ਚੰਗੀ ਗੱਲ ਆ, ਨਿਕਲਣੇ ਨਹੀਂ ਚਾਹੀਦੇ। ਕਿਉਂਕਿ ਮੈਨੂੰ ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਥੀ ਯਾਦ ਆ ਗਏ, ਭਾਈ ਬਾਲਾ ਮਰਦਾਨਾ ਜੀ। ਲੋਕਾਂ ਦੀ ਸੰਗਤਾਂ ਉਧਾਰ ਕਰਦੇ ਕਰਦੇ ਸੁਲਤਾਨਪੁਰ ਲੋਧੀ ਤੋਂ ਉਦਾਸੀਆਂ ਧਾਰਨ ਕਰਦੇ ਰਹੇ, ਚਾਰੇ ਉਹਨਾਂ ਉਦਾਸੀਆਂ ਇੱਥੋਂ ਹੀ ਧਾਰਨ ਕੀਤੀਆਂ। ਇੱਕ ਨਗਰ ਵਿੱਚ ਗਏ, ਉਸ ਨਗਰ ਦੇ ਲੋਕਾਂ ਨੇ ਬੜਾ ਅਪਮਾਨ ਕੀਤਾ, ਮਾੜੇ ਚੰਗੇ ਸ਼ਬਦ ਬੋਲੇ, ਕੋਈ ਸੇਵਾ ਭਾਵ ਨਹੀਂ ਕੀਤਾ, ਕੋਈ ਸਤਿਕਾਰ ਨਹੀਂ ਕੀਤਾ ਵੀ ਸੰਤ ਨੇ ਮਹਾਂਪੁਰਸ਼ ਨੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਬਸਦੇ ਰਹੋ। ਅਗਲੇ ਨਗਰ ਗਏ, ਉਹਨਾਂ ਬੜੀ ਸੇਵਾ ਕੀਤੀ, ਬਹੁਤ ਆਓ ਭਗਤ ਕੀਤੀ, ਉਹਨਾਂ ਦੇ ਵਿਚਾਰ ਵੀ ਸਰਵਣ ਕੀਤੇ। ਤੇ ਗੁਰਦਾਨ ਸਾਹਿਬ ਨੇ ਵਰ ਦਿੱਤਾ, ਉਜੜ ਜਾਓ। ਥੋੜੇ ਜਿਹੇ ਅੱਗੇ ਗਏ, ਭਾਈ ਮਰਦਾਨੇ ਪੁੱਛੇ, ਬਾਬਾ ਜੀ ਇਹ ਕੀ ਕੰਮ ਹੋਈ, ਕਿਦੋਂ ਪਾਸੇ ਗੰਗਾ ਬਹਾਤੀ ਤੁਸੀਂ? ਜਿਨ੍ਹਾਂ ਅਪਮਾਨ ਕਿਦੋਂ ਕਹੇ ਤੁਸੀਂ ਬਸਦੇ ਰਹੋ, ਤੇ ਜਿਨ੍ਹਾਂ ਨੇ ਸੇਵਾ ਕਿਦੋਂ ਕਹੇ ਤੁਸੀਂ ਉਜੜ ਜਾਓ। ਕਹਿੰਦੇ ਗਾਲੇ ਦੇ ਮਾੜੇ ਬੰਦੇ ਆ, ਜਿੱਥੇ ਵੀ ਜਾਣਗੇ ਆਪਣੇ ਵਰਗੇ ਮਾੜੇ ਬੰਦੇ ਹੋਰ ਪੈਦਾ ਕਰਨਗੇ। ਇਸ ਲਈ ਕੋਈ ਆ ਜੀ। ਹਾਂਜੀ, ਮੈਂ ਇੱਕ ਗੱਲ ਕਹਾਂਗਾ ਕਿ ਸਰਦਾਰ ਹਰਮਿੰਦਰ ਸਿੰਘ ਜੀ, ਮੇਰੀ ਗੱਲ ਇਹਨਾਂ ਲੋਕਾਂ ਦੇ ਸਾਹਮਣੇ ਮੈਂ ਧਿਆਨ ਨਾਲ ਤੇ ਸੱਚੇ ਮਨੋਂ ਕਹਾਂਗਾ ਕਿ ਇੱਕ ਪਾਰਟੀ ਉਹਨਾਂ ਦੀ ਹੈ, ਦੋ ਕੈਂਡੀਡੇਟ ਆ, ਸਾਡਾ ਭਗਤ ਦੀ ਕੋਈ ਗੱਲ ਹੀ ਨਹੀਂ। ਸਾਡੀ ਤਾਂ ਸੀਟ ਜਿੱਤੀ ਪਈ ਆ ਜੀ, ਸ਼੍ਰੋਮਣੀ ਅਕਾਲੀ ਦਲ ਸੀਟ ਜਿੱਤੀ ਪਈ ਆ। ਇਸ ਗੱਲ ਤੇ ਜਕਾਰਾ ਬਣਾ ਦੇ ਪਹਿਲਾਂ। ਤੁਸੀਂ ਕੈਪਟਨ ਹਰਮਿੰਦਰ ਸਿੰਘ ਜੀ ਨੂੰ ਕਾਮਯਾਬ ਬਣਾਓ ਅਤੇ ਤਕੜੀ ਤੇ ਠਾ ਠਾ ਕਰਕੇ ਮੋਹਰਾ ਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।